ਵਾਹਿਗੁਰੂ ਵਾਹਿਗੁਰੂ। ਪਿਆਰ ਵਿੱਚ ਬੋਲੋ ਜੀ, ਧਿਆਨ ਦਿਓ, ਇਕਾਗਰਤਾ ਬਖਸ਼ੋ। ਵਾਹਿਗੁਰੂ ਵਾਹਿਗੁਰੂ ਅੰਦਰੋਂ ਭਿੱਜ ਕੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਧਿਆਨ ਦਿਓ, ਅਜੇ ਮੈਨੂੰ ਪਤਾ ਸਾਰੇ ਨਹੀਂ ਬੋਲੇ। ਸਹਿਜ ਵਿੱਚ ਆਓ, ਸਹਿਜ ਵਿੱਚ। ਸਤਿਗੁਰਾਂ ਦੇ ਗੁਣ ਗਾਉਣੇ ਨੇ। ਇੱਕ ਵਾਰ ਪਿਆਰ ਵਿੱਚ ਥੋੜਿਆਂ ਚੋਂ ਬਹੁਤਿਆਂ ਦੀ ਆਵਾਜ਼ ਆਵੇ। ਵਾਹਿਗੁਰੂ 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 ਵਾਹਿਗੁਰੂ। ਸਤਨਾਮ। ਵਾਹਿਗੁਰੂ ਸਾਹਿਬ ਜੀ। ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ। ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ। ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਰੋਲ ਸਰੀਰ ਹਮ ਦੇਖਿਆ। ਇਕ ਬਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ। ਨਾਨਕ ਭੇਦ ਨ ਭਾਈ। ਮੈਂ ਮੂਰਖ ਕੀ ਕਰੋ ਕਿਰਪਾ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸਨਾ। ਜਿਨ੍ਹਾਂ ਨੂੰ ਬੋਲ ਆਉਂਦੇ ਪੜ੍ਹਿਓ ਨਾਲ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ। ਪ੍ਰਗਟ ਭਈ ਸਗਲੇ ਜੋਗ ਅੰਤਰ। ਗੁਰ ਨਾਨਕ ਕੀ। ਪਿਆਰ ਵਿੱਚ ਆਖ ਲਓ। ਪ੍ਰਗਟ ਭਈ ਸਗਲੇ। ਪ੍ਰਗਟ ਭਈ ਸਗਲੇ। ਗੁਰ ਨਾਨਕ ਕੀ।
ਗੁਰ ਨਾਨਕ ਕੀ। ਜਿੰਨੀ ਸੰਗਤ ਗੁਰੂ ਦਰਬਾਰ ਵਿੱਚ ਸਹਿਜ ਵਿੱਚ ਸਰੀਰ ਕਰਕੇ ਜੁੜ ਬੈਠੇ ਹੋ, ਦੂਰ ਦਰੇਡੇ ਮਾਈ ਭਾਈ ਜੀ ਘਰਾਂ ਵਿੱਚ ਆਨੰਦ ਮਾਣਦੇ ਹੋ, ਸਹਿਜ ਵਿੱਚ ਆਈਏ, ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਦੇ ਨਿਰਮਲ ਭੈ ਅੰਦਰ ਪਿਆਰ ਵਿੱਚ ਰਸਨਾ ਪਵਿੱਤਰ ਕਰੋ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ। ਨਹੀਂ, ਇਦਾਂ ਨਹੀਂ। ਇਹ ਕੀ ਹੈ? ਕੋਈ ਅਗਾਂਹ ਕੋਈ ਪਿਛਾਂ, ਅੱਧੇ ਤੇ ਮੈਨੂੰ ਲੱਗਦਾ ਪਕੌੜੇ ਹੀ ਖਾਈ ਜਾਂਦੇ ਨੇ। ਸਹਿਜ ਵਿੱਚ ਆਓ ਜਿੰਨੇ ਮੇਰੇ ਵੀਰ ਬੈਠੇ ਨੇ, ਕੋਈ ਮੁੱਲ ਨਹੀਂ ਲੱਗਣਾ, ਕੋਈ ਜ਼ੋਰ ਨਹੀਂ ਲੱਗਣਾ। ਗੁਰੂ ਦਾ ਪਿਆਰ ਲੈ ਕੇ ਜਾਓਗੇ। ਵਿਵਾਹ ਹੁੰਦਾ ਏ, ਸਕੱਤਰ ਸਾਹਿਬ ਕਹਿ ਰਹੇ ਨੇ ਬੜੇ ਬੜੇ ਗੀਤ ਗਾਈ ਜਾਂਦੇ, ਜਿਹੜੇ ਨਹੀਂ ਕਰਨ ਵਾਲੇ ਉਹ ਵੀ ਕਰੇ ਜਾਂਦੇ ਨੇ। ਮਹਾਰਾਜ ਦਾ ਵਿਵਾਹ ਹੈ ਤੇ ਵਾਹਿਗੁਰੂ ਸ਼ਬਦ ਦੀ ਫਤਿਹ ਬਣਾ ਬੁਲਾਈ ਜਾਵੇ। ਕਮਾਲ ਦੀ ਗੱਲ ਏ। ਮੇਰੀਆਂ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਭਿੱਜੋ ਪਿਆਰ ਵਿੱਚ, ਸਨਮੁਖ ਹੋਵੋ। ਮੈਂ ਕੁਝ ਕਹਿ ਸਕਾਂ, ਜੇ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਮੈਥੋਂ ਕੁਝ ਨਹੀਂ ਕਹਿ ਹੋਣਾ। ਸਰੋਤਾ ਬਖਤਾ ਪਿਆਰ ਵਿੱਚ ਭਿੱਜੇਗਾ। ਫਿਰ ਤੋਂ ਕਰ ਦਿਓ ਕਿਰਪਾ, ਦੋਨੋਂ ਹੱਥ ਜੋੜ ਕੇ ਬਹੁਤ ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪੇ ਦੱਸੋ, ਪਹਿਲਾ ਆਨੰਦ ਸੀ ਕਿ ਹੁਣ ਆਨੰਦ ਹੈ? ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਗੁਰੂ ਗਰੀਬ ਨਿਵਾਜ। ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ਼ਬਦ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਿਕਾਰਯੋਗ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਸਮੂਹ ਸੰਗਤਾਂ ਇਕੱਤਰਤਾ ਹੋ ਕਰਕੇ ਮਿਲ ਜੁਲ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਦਾ ਜੋ ਪੁਰਬ ਹੈ, ਬਹੁਤ ਪਿਆਰ ਵਿੱਚ ਮਨਾ ਰਹੀਆਂ ਨੇ। ਸਤਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਪਰਸੋਂ ਰੋਜ਼ ਤੋਂ ਰੱਬੀ ਬਾਣੀ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਭੋਗ ਪਏ ਨੇ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦਾ ਹਰ ਜਸ ਹੋ ਰਿਹਾ ਏ। ਨਿਰੰਤਰ ਦੀਵਾਨ ਚੱਲ ਰਹੇ ਨੇ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ, ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ ਹੋਰੀ ਕੀਰਤਨ ਸਰਵਣ ਕਰਵਾ ਕੇ ਗਏ ਨੇ। ਮੈਂ ਬੈਠਿਆਂ ਉਹਨਾਂ ਦੀ ਰਸਨਾ ਤੋਂ ਜੋ ਸ਼ਬਦ ਸੁਣੇ ਨੇ, ਉਹਨਾਂ ਨੇ ਇੱਕ ਸ਼ਬਦ ਆਰੰਭ ਕੀਤਾ, ਗੜ ਬਗਦਾਦ ਨਵਾਇ ਕੈ ਮੱਕਾ ਮਦੀਨਾ, ਸਭ ਨਿਵਾਇਆ ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ, ਜਿੱਤੀ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤਰ ਗੁਪਤ ਸਭ ਚਰਨੀ ਲਾਇਆ, ਇੰਦਰਾਸਣ ਆ ਪਛਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਆਖੋ ਜੀ ਕਲ ਤਾਰਨ ਗੁਰ, ਕਲ ਤਾਰਨ ਗੁਰ ਨਾਨਕਿਆ। ਫਿਰ ਉਹਨਾਂ ਨੇ ਦੂਜਾ ਸ਼ਬਦ ਆਰੰਭ ਕਰ ਲਿਆ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤੇ ਉਦਰੇ ਸੁਣਤੇ ਉਦਰੇ, ਬਿਨਸੇ ਪਾਪ ਕਨੇਰੇ। ਮਹਾਰਾਜ ਕਹਿ ਰਹੇ ਕਨੇਰੇ ਪਾਪ, ਬਹੁਤੇ ਪਾਪ ਕੀਤੇ ਹੋਏ ਜਿਹੜੇ ਉਹ ਖਤਮ ਹੋ ਜਾਂਦੇ ਨੇ। ਕਿਵੇਂ? ਗੁਰੂ ਦੀ ਬਾਣੀ ਸੁਣਦਿਆਂ ਤੇ ਗੁਰੂ ਦੀ ਬਾਣੀ ਨੂੰ ਪੜ੍ਹਦਿਆਂ। ਇੱਕੋ ਹੀ ਬੋਲ ਲੈ ਲਓ ਤੇ ਸਭ ਕੁਝ ਆ ਜਾਣਾ। ਸਾਹਿਬ ਜੀ ਕਹਿੰਦੇ ਕੱਟੇ ਪਾਪ ਅਸੰਖ, ਨਾਵੇਂ ਇੱਕ, ਨਾਵੇਂ ਇੱਕ ਕਣੀ। ਇੱਕ ਨਾਮ ਦਾ ਕਿਣਕਾ, ਕਿਣਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕੌਣ ਜਾਣੇ ਗੁਣ ਤੇਰੇ? ਕੌਣ ਹੈ ਜਿਹੜਾ ਗੁਣ ਜਾਵੇਗਾ ਜਾਣ ਸਕੇਗਾ? ਕਹਾਂ ਲੱਗਿਓ ਕੀਟ ਬਖਾਨੇ। ਮੈਂ 2-4 ਗੁਰਬਾਣੀ ਦੇ ਪ੍ਰਮਾਣ ਦੇ ਕੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਵਾਹ ਦਾ ਪੁਰਬ ਹੈ, ਆਨੰਦ ਕਾਰਜ, ਉਸ ਪਾਸੇ ਆਉਣਾ ਹੈ। ਪਰ ਕੁਝ ਪ੍ਰਮਾਣ ਦੇ ਲਿਆ, ਕਿਹੜਾ ਕਿਹੜਾ ਗੁਣ ਜਾਣੇਗਾ? ਕਹਾਂ ਲੱਗਿਓ ਕੀਟ ਬਖਾਨੇ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੇ। ਉਹਦੀ ਮਹਿਮਾ ਨੂੰ ਉਹ ਹੀ ਜਾਣਦਾ। ਮਹਿਮਾ ਨਹੀਂ ਜਾਣੇ ਬੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ,
परमेश्वर पार ब्रह्म बेअंत शंकरा नहीं जाने भेव खोजत हारे देव देविया नहीं जाने मर्म सब ऊपर लख पार ब्रह्म कौन जाने गुण तेरे। कहाँ लग्यो कीट बखाना महिमा तोर तुही प्रभ जाना। पिता जन्म वाहिगुरु पिता जन्म जिम पूत ना पावे। हुण दसो सियाणे हो प्यो का जन्म पुत किवें जाने। दसिया दसाया तो पता लग सकता पर नहीं जानता। पिता जन्म जिम पूत न पावे कहाँ तवन का भेद बतावे। तुमरी प्रभा तुम है बण आई और न तेन है जात बताई। कौन जाने जेहवा एक कवन गुण कहिए। पातशाह एक जुबान है एक जुबान दे नाल तेरा केड़ा केड़ा गुण बयान करा। क्योंकि गुण हुंदी एक खूबी गुण हुंदी एक खूबी विशेषताई। संसार विच जिन्ने प्राणी ने ना जिथे परमात्मा ने बेअंत गुण दिते होण खूबियां दित्तियां होण उत्थे किते ना किते अवगण भी नाल हुंदा। जिथे किते ना किते बहुते किसे बंदे विच अवगण होण ते किते ना किते कोई खूबी गुण भी हुंदा है। पर ओहदा गुण क्यों किया जांदा ਉਹਦੇ ਵਿੱਚ ਕੋਈ ਔਗਣ ਨਹੀਂ ਤੇ ਉਹਦੇ ਗੁਣ ਤਾਂ ਬਿਆਨ ਕਰੀਦੇ ਨੇ ਕਿ ਔਗਣ ਵਾਲਿਆਂ ਨੂੰ ਵੀ ਉਹ ਬਖਸ਼ ਕੇ ਗਰੀਬ ਨਿਵਾਜ ਨਿਰੰਕਾਰ ਦੇ ਘਰ ਵਿੱਚ ਲੈ ਜਾਂਦਾ। ਤੁਹਾਨੂੰ ਪੌੜੀ ਸੁਣਾ ਦਿਆਂ ਸਤਿਗੁਰ ਗੁਣੀ ਨਿਧਾਨ ਹੈ। ਕੇਵਲ ਬੋਲ ਸੁਣਾਉਣੇ ਨੇ ਤੁਸੀਂ ਸੁਣੇ ਨੇ ਬਹੁਤ ਵਾਰ। ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਔਗਣ ਯਾਰੇ। ਸਤਿਗੁਰ ਪੂਰਾ ਵੈਦ ਹੈ पंजे रोग असाध निवारे। सुख सागर गुर देओ है सुख दे मेल लए दुखियारे। गुर पूरा निर्वैर है निंदक कौन जाने। निंदक दोखी बेमुख तारे। सतगुर आगू जानिए बाहां पकड़ अंधले उधारे। मान निमाणे सद बलिहारे। सौदा इकत हट है कौन जाने। सौदा इकत हट है साहो सतगुर पूरा औगण लै। क्योंकि वह गुण दिंदा ना आयो जीवां दी औगण लैंदा। औगण लै गुण विकणै बचने दा सूरा। सफल करे सिमल बिरख सो वर्ण मनूरा। वास सुवास निवास है काओ हंस ना ऊरा। घुग्गो सुझ सुझाएंदा संख मोती चूरा। वेद कतेबों बाहरा गुर शब्द हजूरा। केड़ा जेड़ा गुण जानेगा एक ब्रह्मांड की अपार कथा गुरमुखो। कोट ब्रह्मांड को नायक कैसे जानिए। घाट घाटे अंतर घाट घाटे अंतर घाट घाटे अंतर सर्ब निरंतर हवै सूक्ष्म स्थूल मूल कैसे पहचानिए। केड़ा गुण जानेगा। बस आई क्या करो दाता सिख मत सब बुद्ध तुम्हारी मंदर छावा। बोलो जी मंदर छावा गज के मंदर छावा। तुझ बिन अवरना जाना मेरे साहिबा। तुझ बिन अवरना जाना मेरे साहिबा। गुण गावा नित गुण गावा नित। धन गुरु नानक महाराज तुहाडे गुण जिन्ने क तुसीं ताकत बख्शोगे समर्था बख्शोगे उन्ने क गाए जाने ने आप जी की किरपा तो बिना नहीं। थोड़ा जिहा हुण गुरु साहब जी वाले चलीए भी सतगुरु क्यों आए ने किवें कारज होए ने। आरंभ दे बोल आप जी नाल सांझे करा। राजे शीही मुकद्दम कुत्ते जाए जगाइन बैठे सुते। चाकर नहंदा पायन घाओ रात पित कुत्ते हो चट। क्यों आउण दा सतगुरु क्यों आए ते किवें किरपा कीती। किवें बटाले पहुंचे ने किवें विवाह होया किवें उदासियां कीतियां। आरंभ तो तुर पईए। पातशाह जी कहंदे इहो जी हालत आ रही है। कल आई कुत्ते मूही खा जोआ मुरदार गुसाई। राजे पाप कमावंदे उल्टी वाड़। खेत को खाई परजा अंधी ज्ञान वेण कूड़ कुसत मुखों आ लाई।
ਚੇਲੇ ਸਾਜ ਵਜਾਏਂਦੇ। ਹਾਂਜੀ, ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਤ ਬਿਦ ਭਾਈ। ਚੇਲੇ ਸਾਜ ਵਜਾਉਂਦੇ ਨੇ ਤੇ ਗੁਰੂ ਪਖੰਡੀ ਨੱਚਦੇ ਨੇ। ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਤ ਬਿਦ ਭਾਈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਵੇ ਕਿਥਾਊ ਜਾਈ। ਵਰਤਿਆ ਪਾਪ ਸਪਸ ਜਗ ਮਾਹੀ। ਭਈ ਗਿਲਾਨ ਜਗਤ ਵਿੱਚ, ਚਾਰ ਵਰਨ ਚਾਰ ਆਸ਼ਰਮ ਉਪਾਏ। 10 ਨਾਮ ਜਗਿਓ, 10 ਨਾਮ ਸੰਨਿਆਸੀਆਂ, ਜੋਗੀ 12 ਪੰਥ ਚਲਾਏ। ਜੰਗਮ ਅਤੇ ਸਰੇਵੜੇ, ਦਬੇ ਦਗੰਬਰ ਵਾਦ ਰਚਾਏ। ਬ੍ਰਾਹਮਣ ਬਹੁ ਪ੍ਰਕਾਰ ਕਰ, ਨਾਲ ਸ਼ਤੀਸ਼ ਪਖੰਡ ਚਲਾਏ। ਏਕ ਸਤੇ ਬਹੁ ਰੂਪ ਕਰ, ਰੂਪ ਕਰੂਪੀ ਘਣੇ ਦਿਖਾਏ। ਕਲ ਯੁਗ ਅੰਦਰ ਭਰਮ ਭੁਲਾਏ। ਕਲ ਯੁਗ ਦੇ ਅੰਦਰ ਐਸਾ ਭਰਮ ਪੈ ਗਿਆ। ਮੈਂ ਪੰਕਤੀਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਤਕਰੀਬਨ ਪਹਿਲੀ ਵਾਰ ਦੀਆਂ 40-42 ਪੌੜੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ, ਤੇ 40-42 ਪੌੜੀਆਂ ਆਪਾਂ ਜੇ ਰੈਗੂਲਰ ਪੜ੍ਹ ਲਈਏ ਨਾ, ਤੇ ਮੇਰਾ ਖਿਆਲ ਹੋਰ ਕੁਝ ਸੁਣਾਉਣ ਦਾ ਯਤਨ ਨਹੀਂ ਰਹਿ ਜਾਂਦਾ। ਉਹਦੇ ਵਿੱਚ ਜਨਮ ਵੀ ਆ ਜਾਣਾ, ਪ੍ਰਕਾਸ਼ ਵੀ ਆ ਜਾਣਾ, ਚਾਰੇ ਉਦਾਸੀਆਂ ਵੀ ਆ ਜਾਣੀਆਂ, ਵਿਵਾਹ ਵੀ ਆ ਜਾਣਾ, ਕਰਤਾਰਪੁਰ ਸਾਹਿਬ ਵੀ ਆ ਜਾਣਾ। ਅਗਲੀ ਪੌੜੀ ਵਿੱਚ ਮਹਾਰਾਜ ਬਿਆਨ ਕਰਦੇ ਨੇ, ਕਲਯੁਗ ਬੋਧ ਅਵਤਾਰ ਹੈ। ਅਗਿਆਨ ਹੈ ਕਲਯੁਗ ਵਿੱਚ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ। ਕਿਸੇ ਨੂੰ ਗਿਆਨ ਤੇ ਅਗਿਆਨ ਦਾ ਪਤਾ ਨਹੀਂ ਲੱਗਦਾ। ਕਰਦੇ ਅਗਿਆਨ ਦੇ ਕੰਮ ਨੇ ਤੇ ਕਹਿ ਰਹੇ ਅਸੀਂ ਗਿਆਨ ਵਾਲੇ ਕਰਦੇ ਹਾਂ। ਕਰ ਰਹੇ ਅਗਿਆਨ ਵਾਲੇ ਤੇ ਕਹਿੰਦੇ ਨੇ ਅਸੀਂ ਗਿਆਨ ਵਾਲੇ ਕਰ ਰਹੇ ਹਾਂ। ਬੋਧ ਅਬੋਧ ਨਾ ਦ੍ਰਿਸ਼ਟੀ ਆਵੇ। ਕੋਈ ਨਾ ਕਿਸੇ ਵਰਜਈ, ਕਿਸੇ ਨੂੰ ਕੋਈ ਰੋਕਦਾ ਵੀ ਨਹੀਂ। ਕਹਿੰਦੇ ਯਾਰੋ ਜੋ ਕਰਦਾ ਕਰਨ ਦਿਓ, ਪੈਣ ਦਿਓ ਢੱਠੇ 'ਚ, ਆਪਾਂ ਕੀ ਲੈਣਾ। ਉਹ ਗੁਰਮੁਖੋ ਇਹ ਨਹੀਂ, ਕੁਝ ਨਾ ਕੁਝ ਪਰਉਪਕਾਰ ਕਰਨ ਵਾਸਤੇ ਆਪਣਾ ਆਪ ਗਵਾਉਣਾ ਵੀ ਪੈਂਦਾ ਏ। ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ। ਕੋਈ ਨਾ ਕਿਸੇ ਵਰਜਈ, ਸੋਈ ਕਰੇ ਜੋਈ ਮਨ ਭਾਵੈ। ਕਿਸੇ ਪਜਾਈ ਸਿੱਲ ਸੁਨ, ਕੋਈ ਗੋਰੀ ਮੜੀ ਪਜਾਵੈ। ਆਪੋ ਧਾਪੀ ਹੋਏ ਕੈ, ਨਿਆਰੇ ਨਿਆਰੇ ਪੰਥ ਚਲਾਵੈ। ਕੋਈ ਪੂਜੈ ਚੰਦ ਸੂਰ, ਕੋਈ ਧਰਤ ਆਕਾਸ ਮਨਾਵੈ। ਪੌਣ ਪਾਣੀ ਬੈ ਸੰਤਰੋ ਧਰਮ ਰਾਜ, ਕੋਈ ਤ੍ਰਿਪਤਾਵੈ ਫੋਕਟ ਖਾਲੀ। ਫੋਕਟ ਧਰਮੀ, ਕਹਿੰਦੇ ਅਸੀਂ ਧਰਮੀ ਹੈ ਖਾਲੀ। ਫੋਕਟ ਧਰਮੀ ਭਰਮ ਭੁਲਾਵੈ। ਤੇ ਜਦੋਂ ਇਹੋ ਜਿਹੇ ਹਾਲਾਤ ਚੱਲੇ ਫਿਰ ਕੀ ਹੋਇਆ? ਆਖੋ ਸਤਨਾਮ। ਮੇਰੀ ਇਕਾਗਰਤਾ ਨਹੀਂ ਬਣ ਰਹੀ। ਸਾਰੀਆਂ ਭੈਣਾਂ ਵੀਰ ਆਖੋ ਸਤਨਾਮ ਸ਼੍ਰੀ ਇਕਾਗਰਤਾ। ਫਿਰ ਕੀ ਹੋਇਆ? ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਮੈਂ ਉਸ ਹਿਸਾਬ ਨਾਲ ਬਚਨ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੀ ਬਿਨਾ ਅਰਥ ਤੋਂ ਤੁਹਾਨੂੰ ਸਮਝ ਆਈ ਜਾਵੇ। ਜੇ ਮੈਂ ਅਰਥ ਕਰਨ ਲੱਗਾ ਤੇ ਇੱਕੋ ਪੌੜੀ ਵਿੱਚ ਮੈਂ ਕਹਿ ਦੇਣਾ ਜੀ ਸਮਾਂ ਨਹੀਂ ਹੈਗਾ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿਰਾਸ ਕਰ, ਚਰਨਾਮਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਰਾਣਾ ਰੰਕ ਬਰਾਬਰੀ। ਪਾਤਸ਼ਾਹ ਜੀ ਨੇ ਇੱਕ ਬਰਾਬਰ ਕਰ ਦਿੱਤੇ ਨੇ, ਰਾਣਾ ਰੰਕ ਬਰਾਬਰੀ। ਇਹ ਸਾਹਿਬਾਂ ਨੇ ਕਿਰਪਾ ਕਰਕੇ ਬਖਸ਼ਿਸ਼ ਦੀ ਦਾਤ ਕੀਤੀ ਏ। ਉਲਟਾ ਖੇਲ ਪ੍ਰਿਮ ਕਾ, ਪੈਰਾਂ ਉੱਪਰ ਸੀਸ ਨਵਾਇਆ। ਕਲ ਤਾਰਨ ਗੁਰੂ ਨਾਨਕ ਹੈ। ਜਦੋਂ ਇੱਥੋਂ ਤੱਕ ਕਾਰਜ ਆ ਗਿਆ, ਮਹਾਰਾਜ ਮਾਤ ਲੋਕ ਵਿੱਚ ਪ੍ਰਕਾਸ਼ ਲੈਣਾ ਏ। ਰਾਏ ਭੋਇੰ ਦੀ ਤਲਵੰਡੀ ਵਿਖੇ, ਬਾਬਾ ਕਲਿਆਣ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਅਪ੍ਰਕਾਸ਼ ਹੋ ਗਿਆ। ਥੋੜਾ ਜਿਹਾ ਅਗਾਂਹ ਚੱਲੀਏ, ਜਦੋਂ ਮੇਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ 5 ਵਰ੍ਹਿਆਂ ਦੀ ਉਮਰ ਹੋ ਗਈ ਏ। ਮੈਂ ਕੁਝ ਬੋਲ ਲੈ ਕੇ ਤੇ ਵਿਆਹ ਤੱਕ ਪਹੁੰਚ ਜਾਣਾ। ਜਦੋਂ 5 ਵਰ੍ਹਿਆਂ ਦੀ ਉਮਰ ਹੋ ਗਈ ਏ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਏ ਮੇਰਾ ਪੁੱਤਰ ਜਿਹੜਾ ਏ ਉਹ ਵਿਦਿਆ ਦੀ ਦਾਤ ਪੜ੍ਹੇ। ਤੇ ਸਭ ਤੋਂ ਪਹਿਲਾ ਉਪਦੇਸ਼ ਗੁਰੂ ਨਾਨਕ ਮਹਾਰਾਜ ਨੇ ਗੋਪਾਲ ਪਾਂਧੇ ਨੂੰ ਬਖਸ਼ਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੋਪਾਲ ਪਾਂਧੇ ਨੂੰ ਬਖਸ਼ਿਆ। ਪਟਵਾਰੀ ਸਾਹਿਬ ਜੀ, ਕਈ ਕਹਿੰਦੇ ਜੀ ਬਾਬਾ ਕਾਲੂ, ਕਾਲੂ ਨਾ ਆਖਿਆ ਕਰੋ, ਅੱਧਾ ਨਾਂ ਨਹੀਂ ਲੈਣਾ। ਬਾਬਾ ਕਲਿਆਣ ਰਾਏ ਜੀ, ਕਾਲੂ ਬੋਲ ਨਹੀਂ, ਬਾਬਾ ਕਲਿਆਣ ਰਾਏ ਜੀ ਸਤਿਕਾਰਯੋਗ ਸਤਿਗੁਰੂ ਮਹਾਰਾਜ ਦੇ ਪਿਤਾ ਜੀ। ਗੁਰੂ ਨਾਨਕ ਮਹਾਰਾਜ ਆਪਣੇ ਸੁਪੁੱਤਰ ਦੀ ਉਂਗਲ ਪਕੜ ਕੇ ਗੋਪਾਲ ਪਾਂਧੇ ਕੋਲ ਲੈ ਗਏ ਨੇ। ਜਿਸ ਵੇਲੇ ਉਹਨੇ ਪੜ੍ਹਾਉਣ ਦਾ ਯਤਨ ਕੀਤਾ,
ਸਤਿਗੁਰੂ ਮਹਾਰਾਜ ਪੜ੍ਹੇ ਨੇ ਘਰ ਆ ਕੇ ਵੀ ਦੱਸਿਆ। ਅਗਲੇ ਦਿਨ ਮਹਾਰਾਜ ਨੇ ਪੜ੍ਹਨਾ ਨਹੀਂ ਕੀਤਾ ਤਾਂ ਉਸ ਵੇਲੇ ਗੋਪਾਲ ਪਾਂਧੇ ਦੀਆਂ ਨਿਗਾਹ ਪਾਈ ਸਤਿਗੁਰਾਂ ਨੇ ਮਿਹਰ ਦੀ, ਤੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ, ਨਾਨਕ ਜੀ ਮੈਨੂੰ ਕੁਝ ਕਹੋ, ਮੈਨੂੰ ਕੁਝ ਕਹੋ। ਤੇ ਸਤਿਗੁਰੂ ਮਹਾਰਾਜ ਨੇ ਉਹਦਾ ਅੰਦਰ ਦਾ ਪ੍ਰੇਮ ਦੇਖਿਆ ਤੇ ਪਹਿਲਾ ਸ਼ਬਦ ਜਿਹੜਾ ਸ੍ਰੀ ਰਾਗ ਮਹੱਲਾ ਪਹਿਲਾ, ਮੈਂ ਕੇਵਲ ਬੋਲ ਪੜਨੇ ਜੇ, ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹਾ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ, ਜਿੱਥੈ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੈ ਨਿਕਲ ਹੈ, ਨਾਹੀ ਗੱਲੀ ਵਾਓ ਦੁਆਓ, ਇੱਕ ਆਵੈ ਇੱਕ ਜਾਹੇ ਉਠ, ਰਖੀਏ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ, ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇਹ, ਉਹ ਨਾਮ ਜਿੰਨਾ ਸੁਲਤਾਨ ਖਾਨ ਹੁੰਦੀ ਡਿਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਜਦੋਂ ਮਹਾਰਾਜ ਨੇ ਕਿਹਾ ਬੜੇ ਬੜੇ ਰਾਜੇ ਸੁਲਤਾਨ ਗੋਪਾਲ ਜੀ ਮਿੱਟੀ ਵਿੱਚ ਮਿਲ ਜਾਂਦੇ ਨੇ, ਢਹਿ ਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਪੈ ਗਿਆ। ਅਗਲਾ ਦਿਨ ਹੋਇਆ ਦਿਵਸ ਚਰੇ, ਹਾਂਜੀ ਅਗਲਾ ਦਿਨ ਦਿਵਸ ਚਰੇ ਕਾਲੂ ਕੀ ਹਾਥਾ, ਬਾਬਾ ਕਲਿਆਣ ਰਾਏ ਜੀ ਨਾਨਕ ਦੀ ਉਂਗਲ ਫੜ ਕੇ, ਦਿਵਸ ਚਰੇ ਕਾਲੂ ਕੀ ਹਾਥਾ, ਲੈ ਚੱਟ ਸਾਲ ਚੱਲਿਓ ਨਿਜ ਸਾਥਾ, ਪਾਂਦੇ ਸਿਓ ਬੋਲਿਓ ਹਿਤ ਕਰਕੇ, ਇਸੈ ਪੜਾਏ ਦਿਓ ਰੁਚ ਕਰਕੇ। ਇਹ ਪ੍ਰਸ਼ਨ ਹੈ। ਤੇ ਗੋਪਾਲ ਪਾਂਧਾ ਕਹਿਣ ਲੱਗਾ, ਪਟਵਾਰੀ ਸਾਹਿਬ ਜੀ ਇਸ ਤੇ ਆਦਿਕ ਜੋ ਹੋਏ ਪੜਾਵੇ। ਭਾਈ ਕਿਰਪਾਲ ਸਿੰਘ ਜੀ ਅੱਗੇ ਨੂੰ ਆਜੋ, ਥੋੜਾ ਜਿਹਾ ਸਰੋਤਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿਣ ਜਿਸ ਵੇਲੇ ਇਹ ਗੱਲ ਕਹੀ ਨਾ, ਤੇ ਬਾਬਾ ਕਲਿਆਣ ਰਾਏ ਜੀ ਕਹਿਣ ਲੱਗੇ, ਪਟਵਾਰੀ ਸਾਹਿਬ ਜੀ ਇਸ ਤੇ ਅਦਕ ਜੋ ਹੋਏ ਪੜਾਵੇ, ਜਗਤ ਮਾਹੇ ਸਮ ਕੋ ਨਾ ਦਿਖਾਵੇ, ਇਸ ਪੜਨੇ ਕੇ ਪੜੋ ਨਾ ਖਿਆਲੇ, ਸਭ ਕਰਤਾ ਸੋ ਵਿਦਿਆ ਜਾਲੇ। ਇੱਕ ਕਮਾਲ ਦੀ ਬਾਤ ਕਹੀ ਗੁਰਮਖੋ। ਕਹਿਣ ਲੱਗੇ ਪਟਵਾਰੀ ਸਾਹਿਬ ਚੇਤਾ ਰੱਖ, ਉਹਨੂੰ ਗਿਆਨ ਹੋ ਗਿਆ। ਕਹਿਣ ਲੱਗਾ ਸੁੱਤ ਕੋ ਸੁੱਤ ਨਹਿ ਜਾਣੀਓ, ਪੁੱਤਰ ਨੂੰ ਪੁੱਤਰ ਨਾ ਸਮਝੀ, ਸੁੱਤ ਕੋ ਸੁੱਤ ਨਹਿ ਜਾਣੀਓ, ਹੈ ਕਿਸੇ ਕੋ ਅਵਤਾਰ, ਬਿਨਾ ਪੜਾਏ ਪੜ ਰਹੇ ਅਵਰ ਪੜਾਵਣ ਹਾਰ। ਉਸ ਤੋਂ ਬਾਅਦ ਲੈ ਗਏ ਨੇ ਬ੍ਰਿਜਨਾਥ ਕੋਲ, ਕੱਲਾ ਕੱਲਾ ਬੋਲ ਚੱਲਦਾ ਜਾਵਾਂ। ਉਹਨੇ ਪੱਟੀ ਕਰਨੀ ਸ਼ੁਰੂ ਕੀਤੀ। ਕਹਿਣ ਲੱਗਾ ਨਾਨਕਾ ਪੜ ਕਾ ਖਾ ਗਾ ਘਾ ਨਾ, ਮਹਾਰਾਜ ਪੜੀ ਗਏ, ਪੜ ਨਾਨਕਾ ਕਾ ਖਾ ਗਾ ਘਾ ਨਾ, ਪੜੀ ਗਏ। ਅਗਲਾ ਦਿਨ ਹੋਇਆ ਮਹਾਰਾਜ ਪੜੇ ਨਹੀਂ, ਕਹਿੰਦੇ ਅੱਜ ਨਹੀਂ ਪੜਦਾ, ਬ੍ਰਿਜਨਾਥ ਕਹਿੰਦਾ। ਗੋਪਾਲ ਤੋਂ ਬਾਅਦ ਬ੍ਰਿਜਨਾਥ ਕੋਲ ਮਹਾਰਾਜ ਸਹਿਜੇ ਜੇ ਆਪਣਾ ਚਿਹਰਾ ਬਣਾ ਕੇ ਕਹਿਣ ਲੱਗੇ, ਬ੍ਰਿਜਨਾਥ ਜੀ ਕੱਕੇ ਦਾ ਕੋਈ ਅਰਥ ਹੈ? ਕਹਿੰਦਾ ਲੈ ਕਾਕਾ ਬੱਚਾ, ਇਹਨੂੰ ਪਤਾ ਨਹੀਂ ਵੀ ਇਕੱਲੇ ਅੱਖਰ ਦਾ ਅਰਥ ਕੋਈ ਨਹੀਂ ਹੁੰਦਾ, ਕੋਈ 2-4 ਅੱਖਰ ਬਣ ਜਾਣ ਤੇ ਅਰਥ ਬਣ ਜਾਂਦਾ। ਮਹਾਰਾਜ ਨੇ ਵਰਨਮਾਲਾ ਲਪੇਟ ਕੇ ਤੇ ਬ੍ਰਿਜਨਾਥ ਦੀ ਝੋਲੀ ਚ ਪਾਤੀ। ਕਹਿਣ ਲੱਗੇ ਜੀ ਦਾ ਅਰਥ ਕੋਈ ਨਹੀਂ, ਉਹ ਬੋਲ ਨਾਨਕ ਨਹੀਂ ਪੜੇਗਾ। ਕਹਿਣ ਲੱਗਾ ਤੁਸੀਂ ਦੱਸੋ। ਤੇ ਮਹਾਰਾਜ ਨੇ ਦੂਜਾ ਉਪਦੇਸ਼ ਦਿੱਤਾ, ਕੱਕਾ ਕੇਸ ਪੁੰਡਰ ਜਬ ਹੋਵੇ, ਵਿਣ ਸਾਬੂਣੇ ਉਜਲਿਆ, ਉਹ ਜਮ ਰਾਜਾ ਕੇ ਹੀਰੂ ਆਏ, ਮਾਇਆ ਕੇ ਸੰਗਲ ਬੰਦ ਲਿਆ। ਤੀਜਾ ਬੋਲ ਚੱਲ ਗਿਆ ਜੀ। ਅਗਲੇ ਆ ਗਿਆ ਕੁਤਬਦੀਨ ਮੁਲਾਨਾ, ਜੋ ਫਾਰਸੀ ਪੜਾਉਣ ਵਾਲਾ ਸੀ। ਜਦੋਂ ਮਹਾਰਾਜ, ਕਿਉਂਕਿ ਪਿਓ ਦੀ ਇਹ ਚਾਹ ਸੀ ਕਿਤੇ ਨਾ ਕਿਤੇ ਨਾਨਕ ਪੜ ਜਾਵੇ, ਤੇ ਜਿਸ ਵੇਲੇ ਫਾਰਸੀ ਪੜਾਉਣ ਵਾਸਤੇ ਮੌਲਵੀ ਕੋਲ ਗਏ ਨੇ, ਤੇ ਮੌਲਵੀ ਤਸਬੀ ਸੀ ਬੜਾ ਤਕੜਾ। ਉਹ ਕਹਿਣ ਲੱਗਾ, ਬਾਲੇ ਨਾਨਕ ਮੈਂ ਸੁਣਿਆ ਵੀ ਤੂੰ ਗੋਪਾਲ ਨੂੰ ਵੀ ਪੜਾ ਕੇ ਆਇਆ, ਬ੍ਰਿਜ ਨੂੰ ਵੀ ਪੜਾ ਕੇ ਆਇਆ, ਕਿ ਮੈਨੂੰ ਹੁਣ ਪੜਾਵੇਂਗਾ? ਮਹਾਰਾਜ ਚੁੱਪ ਕੀਤੇ ਰਹੇ। ਜਦੋਂ ਦੂਜੀ ਤੀਜੀ ਵਾਰ ਬੋਲ ਕੇ ਆ ਨਾ, ਤੇ ਸਾਹਿਬ ਜੀ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਮੌਲਵੀ ਸੁਣ, ਹੰਕਾਰ ਨਾ ਕਰ, ਜਿਨ੍ਹਾਂ ਨੂੰ ਤੂੰ ਬਹੁਤ ਵੱਡਾ ਮੰਨੀ ਬੈਠਾ ਉਹ ਤੇਰੇ ਆਪਣੇ ਨਹੀਂ ਹੂੰ। ਜਦੋਂ ਇੰਨੀ ਗੱਲ ਕਹੀ ਇੱਕਦਮ ਚੰਬਲ ਗਿਆ ਵੀ ਕੈਸਾ ਬੋਲ ਆਵੇਗਾ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਸੁਣ,
ਤਿਲੰਗ ਮਹੱਲਾ ਪਹਿਲਾ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਮੌਲਵੀ ਸਾਹਿਬ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਿਆ ਕਰ। ਯਕ ਤੋਂ ਭਾਵ ਇੱਕ ਅਰਜ ਕਰ, ਉਹਦੇ ਕੰਨਾਂ ਵਿੱਚ ਬੇਨਤੀ ਕਰ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਹੱਕਾ ਉਹ ਵੱਡਾ ਏ, ਹੱਕਾ ਕਬੀਰ ਰਹਿਮਤਾ ਕਰਨ ਵਾਲਾ ਏ। ਹਾਕਾ ਤੋਂ ਭਾਵ ਉਹ ਸੱਚਾ ਹੈ, ਕਬੀਰ ਤੋਂ ਭਾਵ ਉਹ ਵੱਡਾ ਹੈ, ਕਰੀਮ ਤੋਂ ਭਾਵ ਉਹ ਦਇਆਲੂ ਹੈ। ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ। ਚੇਤਾ ਰੱਖ ਮੌਲਵੀ, ਦੁਨੀਆ ਮੁਕਾਮੇ ਫਾਨੀ। ਆ ਦੁਨੀਆ ਦੇ ਲੋਕਾਂ ਨੇ, ਤੂੰ ਵੀ ਵਿੱਚ ਹੀ ਆ, ਆਪਣੇ ਆਪ ਨੂੰ ਪੱਕਾ ਮੰਨੀ ਬੈਠੇ ਨੇ, ਪਰ ਇਹ ਸਭ ਦੁਨੀਆ ਨਾਸਵੰਤੀ ਮੌਲਵੀ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ। ਮਮ ਸਰ ਮੇਰੇ ਸਿਰ ਦੇ ਵਾਲ, ਮਮ ਸਰ ਮੂਏ ਮੇਰੇ ਸਿਰ ਦੇ ਵਾਲ ਜਿਹੜੇ ਨੇ, ਮਮ ਸਰ ਮੂਏ ਅਜ਼ਰਾਈਲ। ਅਜ਼ਰਾਈਲ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਹੀ, ਪਤਾ ਨਹੀਂ ਉਹ ਵਾਲਾਂ ਤੋਂ ਫੜ ਕੇ ਕਦੋਂ ਲੈ ਜਾਵੇਗਾ। ਜਦੋਂ ਸਤਿਗੁਰਾਂ ਨੇ ਉਪਦੇਸ਼ ਦੇ ਰਹੇ ਨੇ, ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ। ਮਮ ਸਰ ਮੂਵੇ ਅਜ਼ਰਾਈਲ ਗਿਰਫਤੈ, ਦਿਲ ਹੇਚ ਨਾ ਦਾਨੀ। ਜਨ ਪਿਸਰ, ਜਨ ਤੋਂ ਭਾਵ ਘਰ ਵਾਲੀ, ਪਿਸਰ ਤੋਂ ਭਾਵ ਪੁੱਤਰ, ਪਦਰ ਤੋਂ ਭਾਵ ਪਿਤਾ। ਆ ਜਿੰਨੇ ਸਾਕ ਸੰਬੰਧੀ ਨਾ, ਇਹ ਜਿਉਂਦਿਆਂ ਤੇ ਹੱਥ ਪਕੜਨ ਵਾਲੇ ਨੇ, ਜਿਉਂਦਿਆਂ ਦੀਆਂ ਤੇ ਉਂਗਲਾਂ ਪਕੜ ਕੇ ਤੁਰਨ ਵਾਲੇ ਨੇ। ਮੌਲਵੀ ਚੇਤਾ ਰੱਖੀ, ਜਿੱਦਣ ਸਵਾਸ ਨਿਕਲ ਗਏ ਤੈਨੂੰ ਕਿਸੇ ਨੇ ਨਹੀਂ ਪਕੜਨਾ। ਜਨ ਪਿਸਰ ਪੱਦਰ ਬਿਰਾਦਰ ਕਸਨੇਸ ਦਸਤੰਗੀਰ, ਕਿਸੇ ਨੇ ਤੈਨੂੰ ਨਹੀਂ ਬਚਾਉਣਾ, ਕਿਸੇ ਨੇ ਤੇਰਾ ਹੱਥ ਨਹੀਂ ਪਕੜਨਾ। ਇਸ ਕਰਕੇ ਰੱਬ ਨੂੰ ਚੇਤੇ ਕਰ। ਦਸਤਗੀਰ ਆਖੀਰ ਬਿਆਫਤਮ ਕਸਨਾ ਦਰਦ ਚੂੰ ਸਵਾਦਤ ਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਨੀ ਅਹਵਾਲ। ਬਦ ਬਖਤ ਮੰਦਿਆਂ ਭਾਗਾਂ ਵਾਲਿਆ, ਬਦ ਬਖਤ ਹਮ ਚੂ ਬਖੀਲ ਗਾਫਿਲ। ਬੇਨਜ਼ਰ ਬੇਬਾਕ ਨਾਨਕ ਬਗੋਇਦ ਜਣ ਤੁਰਾਂ। ਤੇਰੇ ਚਾਕਰਾਂ ਪਾ ਖਾਕ, ਜਿਹੜੇ ਰੱਬ ਦੇ ਚਾਕਰ ਨੇ ਉਹਨਾਂ ਦੀ ਚਰਨ ਧੂੜ ਹੋ ਜਾ। ਢਹਿ ਕੇ ਚਰਨਾਂ ਤੇ ਪੈ ਗਿਆ। ਸਮਾਂ ਆਪਣੀ ਚਾਲ ਚੱਲਿਆ ਏ, ਸੱਚ ਦਾ ਸੌਦਾ ਹੋਇਆ ਏ, ਅਗਾਂਹ ਹੋਰ ਚੱਲਿਆ ਏ। ਧੰਨ ਮੇਰੇ ਪਾਤਸ਼ਾਹ ਜੀ, ਜਿਸ ਵੇਲੇ ਬੇਬੇ ਨਾਨਕੀ ਜੀ ਦਾ ਵਿਵਾਹ ਦਾ ਕਾਰਜ ਪਰਮਾਨੰਦ ਜੀ ਦੇ ਸੁਪੁੱਤਰ ਸਾਡੇ ਭਾਈਆ ਜੀ, ਭਾਈਆ ਜੈ ਰਾਮ ਜੀ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਸੰਜੋਗਾਂ ਦੇ ਮੁਤਾਬਕ ਹੁੰਦਾ ਏ। ਸੁਲਤਾਨਪੁਰ ਲੋਧੀ ਆਨੰਦ ਕਾਰਜ ਹੋ ਗਿਆ ਏ। ਹੁਣ ਆਪਾਂ ਥੋੜੇ ਜਿਹੇ ਉਧਰ ਨੂੰ ਚੱਲੀਏ। ਜਿਸ ਵੇਲੇ ਆਨੰਦ ਕਾਰਜ ਹੋ ਗਿਆ, ਬੇਬੇ ਨਾਨਕੀ ਜੀ ਨੇ ਕੇਵਲ ਸਤਿਗੁਰਾਂ ਨੂੰ ਪਛਾਣਿਆ ਸੀ, ਪਰ ਮਹਾਰਾਜ ਨੇ ਮਾਇਆ ਹੀ ਐਸੀ ਫਸਾਈ ਸੀ, ਜੇ ਪਛਾਉਣਾ ਚਾਹੁੰਦੇ ਤੇ ਪਛਾਣ ਕਰਵਾ ਵੀ ਸਕਦੇ ਸਨ। ਜਿਸ ਵੇਲੇ ਸੁਲਤਾਨਪੁਰ ਲੋਧੀ ਚਲੇ ਗਏ ਨੇ, ਉੱਥੇ ਸਤਿਗੁਰੂ ਮਹਾਰਾਜ ਨੇ ਹੱਟ ਦਾ ਕਾਰਜ ਕਰ ਦਿੱਤਾ। ਦੌਲਤ ਖਾਨ ਬਾਬ ਦਾ ਹੱਟ ਸੀ, ਤੁਸੀਂ ਸੁਣਿਆ ਬੜੀ ਵਾਰ ਇਹ ਸਾਖੀਆਂ ਸੁਣੀਆਂ ਨੇ। ਜਿਸ ਵੇਲੇ ਵੇਈ ਨਦੀ 'ਚ ਗਏ ਨੇ, ਖੀਰ ਦੀ ਬਾਕੀ ਹੱਟ ਕਰਦਿਆਂ ਕਰਦਿਆਂ ਵਾਪਸ ਆਏ ਨੇ। ਮੂਲ ਮੰਤਰ ਦੀ ਦਾਤ ਵੰਡੀਏ, ਦੁਕਾਨ ਖੋਲ ਦਿੱਤੀ। ਅੰਨ ਘਨੋਂ ਮਿਸਟਾਨ ਲੂਣ ਮਿਰਚ ਹਰਦੀ, ਲੇਹ ਮਨ ਭਾਈ। ਲੇਹ ਵਿਰਾਟਕਾਂ ਪੈਸੇ ਕੋਉ ਕੋਉ, ਕਾਰ ਖਿੰਕ ਲੇਤ ਹੈ ਧਾਈ। ਅੰਬਰ ਭਾਤ ਅਨੇਕ ਧਰੇ, ਆਪਣ ਮੈਂ ਸਭ ਦੀਨ ਲੁਟਾਈ। ਤੋਟ ਨ ਆਵੇ ਤੋਟ ਭਈ, ਚਿੰਤ ਕਦੋਂ ਮਨ ਚਿੰਤ ਸੁਹਾਈ। ਮਹਾਤਸ਼ਾਹ ਨੇ ਹੱਟ ਖੋਲ ਦਿੱਤੇ, ਦੁਕਾਨ ਲੁੱਟੀ ਰੱਜ ਕੇ। ਜਿਸ ਵੇਲੇ ਹਿਸਾਬ ਹੋਇਆ, ਸਤਿਗੁਰੂ ਮਹਾਰਾਜ ਦੇ 700 ਤਾਂ 60 ਰੁਪਏ ਬਾਕੀ ਨਿਕਲ ਆਏ। ਕਹਿਣ ਲੱਗਾ ਕਾਰਜ ਕਰੋ। ਮਹਾਰਾਜ ਨੇ ਜਵਾਬ ਦਿੱਤਾ, ਇੱਥੇ ਹੱਟ ਦਾ ਕੰਮ ਕਰਦਿਆਂ ਕਰਦਿਆਂ ਮਾਂ ਬਾਪ ਦੀ ਇੱਛਾ ਹੁੰਦੀ ਏ ਵੀ ਸਾਡੇ ਪੁੱਤਰ ਦਾ ਵਿਵਾਹ ਹੋਵੇ। ਭਾਈਆ ਜੈ ਰਾਮ ਤੇ ਪਰਮਾਨੰਦ ਜੀ ਨੂੰ ਬਾਬਾ ਕਲਿਆਣ ਰਾਏ ਜੀ ਨੇ ਆਖਿਆ। ਵਿਚਾਰ ਕਰਦਿਆਂ ਕਰਦਿਆਂ, ਭਾਲ ਕਰਦਿਆਂ ਕਰਦਿਆਂ ਸੰਜੋਗਾਂ ਮੁਤਾਬਕ ਨਾਤਾ ਬਣਿਆ ਏ। ਭਾਈ ਮੂਲ ਚੰਦ ਜੀ ਤੇ ਮਾਤਾ ਜੀ ਬੇਬੇ ਜੀ, ਬੇਬੋ ਚੰਦੋ ਰਾਣੀ ਜੀ, ਚੰਦੋ ਰਾਣੀ, ਤਿੰਨਾਂ ਦੀ ਸੁਪੁੱਤਰੀ ਸਤਿਕਾਰਯੋਗ ਸਾਡੇ ਮਾਤਾ ਜੀ, ਮਾਤਾ ਸੁਲੱਖਣੀ ਜੀ, ਤਿੰਨਾਂ ਦੇ ਨਾਲ ਆਨੰਦ ਕਾਰਜ ਹੋਣਾ ਏ। ਜਿਸ ਵੇਲੇ ਸਾਰਾ ਕੁਝ ਹੱਟ ਦਾ ਕੰਮ ਦੇਖਿਆ, ਕਾਰਜ ਦੇਖਿਆ, ਤਾਂ ਉਸ ਵੇਲੇ ਕਾਰਜ ਜਿਹੜਾ ਸੀ ਸਗਾਈ ਦਾ ਕਾਰਜ ਨੇਪਰੇ ਚੜ ਗਿਆ।
ਸਮਾਂ ਅਗਾਂਹ ਚੱਲਿਆ, ਸਾਲਕ ਖੰਡ ਦਾ ਅਗਾਂਹ ਸਮਾਂ ਲੰਘਿਆ, ਤਾਂ ਫਿਰ ਉਹ ਸਮਾਂ ਆਇਆ ਏ ਜਿਸ ਵੇਲੇ ਸਤਿਗੁਰੂ ਮਹਾਰਾਜ ਦਾ ਆਨੰਦ ਕਾਰਜ ਹੋਣਾ ਗੁਰਮੁਖੋ। ਤਾਂ ਉਸ ਵੇਲੇ ਤਲਵੰਡੀ ਨਗਰ ਖਬਰਾਂ ਪਹੁੰਚੀਆਂ ਨੇ, ਡੇਹਰੇ ਚਾਲ ਖਬਰਾਂ ਪਹੁੰਚੀਆਂ ਨੇ। ਤਲਵੰਡੀ ਤੋਂ ਭਾਈ ਮਰਦਾਨਾ ਜੀ ਵੀ ਆਏ ਨੇ, ਭਾਈ ਬਾਲਾ ਜੀ ਆਏ ਨੇ, ਹੋਰ ਪਰਿਵਾਰ ਚਾਚਾ ਲਾਲੂ ਜੀ ਆਏ ਨੇ, ਤੇ ਡੇਰਾ ਸਾਹਿਬ ਤੋਂ ਭਾਈ ਰਾਮਾ ਜੀ ਮਹਾਰਾਜ ਦੇ ਨਾਨਾ ਜੀ, ਮਾਤਾ ਭਰਾਈ ਜੀ, ਗੁਰੂ ਨਾਨਕ ਮਹਾਰਾਜ ਦੀ ਨਾਨੀ ਜੀ, ਤੇ ਮਾਮਾ ਕਿਸ਼ਨਾ ਜੀ। ਨਾਨਕਾ ਪਰਿਵਾਰ ਵੀ ਤੇ ਵਿਆਹ ਵਿੱਚ ਆਵੇਗਾ ਹੀ ਨਾ। ਨਾਨਕੇ ਪਰਿਵਾਰ ਤੋਂ ਵਿਆਹ ਤੇ ਅਧੂਰਾ ਜਿਹਾ ਹੀ ਲੱਗਦਾ। ਨਾਨਕਾ ਪਰਿਵਾਰ, ਫਿਰ ਮੈਂ ਬੋਲ ਕਹਿ ਦਿਆਂ, ਰਾਮਾ ਜੀ ਨਾਨਾ, ਮਾਤਾ ਭਰਾਈ ਜੀ ਨਾਨੀ, ਤੇ ਮਾਮਾ ਕਿਸ਼ਨਾ ਜੀ, ਇਹ ਸਾਰਾ ਪਰਿਵਾਰ ਜਿਹੜਾ ਇਹ ਇਕੱਠਾ ਹੋ ਕੇ ਚਾਚਾ ਲਾਲੂ ਜੀ ਗੁਰੂ ਨਾਨਕ ਮਹਾਰਾਜ ਦਾ ਤਲਵੰਡੀ ਨਗਰ ਤੋਂ ਡੇਰੇ ਚਾਲ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚ ਗਏ ਨੇ। ਇੱਥੇ ਸਤਿਗੁਰੂ ਮਹਾਰਾਜ ਦਾ ਉਹ ਕਾਰਜ ਜਿਹੜਾ ਉਹ ਚੱਲਦਾ ਚੱਲਦਾ ਆਰੰਭ ਹੋ ਗਿਆ। ਖੈਰ ਉਹ ਦਿਨ ਆ ਗਿਆ, ਮੈਂ ਸਮਾਂ ਮੇਰੇ ਨੇੜੇ ਨੇੜੇ ਆ ਰਿਹਾ, ਜਿਸ ਵੇਲੇ ਸੁਲਤਾਨਪੁਰ ਲੋਧੀ ਤੋਂ ਸਤਿਗੁਰੂ ਮਹਾਰਾਜ ਦੀ ਬਰਾਤ ਚੱਲੀਏ। ਗੁਰਮੁਖੋ, ਜਿਸ ਵੇਲੇ ਆਪਾਂ ਗੁਰਮਤਿ ਰਹਿਤ ਮਰਜ਼ਾਦਾ ਪੜ੍ਹਦੇ ਆ ਨਾ, ਉਸ ਦੇ ਵਿੱਚ ਇਸ ਕਾਰਜ ਨੂੰ ਕਹਿੰਦੇ ਨੇ ਆਨੰਦ ਕਾਰਜ। ਆਨੰਦ ਕਾਰਜ, ਮਰਜ਼ਾਦਾ ਰਹਿਤ ਮਰਜ਼ਾਦਾ। ਮਰਜ਼ਾਦਾ ਜੋ ਅੱਖਰ ਹੈ ਇਹ ਮਰੀਆ ਸ਼ਬਦ ਤੋਂ ਪੈਦਾ ਹੋਇਆ ਜੀ, ਮਰੀਆ ਸ਼ਬਦ ਤੋਂ। ਤੇ ਮਰੀਆ ਦਾ ਅਰਥ ਹੈ ਮਰਜ਼ਾਦਾ ਦਾ ਕਿਨਾਰਾ। ਤੁਹਾਨੂੰ ਇੱਕ ਸੌਖੀ ਜੀ ਗੱਲ ਦੱਸ ਦਿਆਂ। ਮੰਨ ਲਓ ਵੀ ਇੱਕ ਨਦੀ ਜਾ ਰਹੀ ਹੈ, ਨਦੀ ਜਾ ਰਹੀ ਹੈ, ਉਹਦੇ ਦੋ ਕਿਨਾਰੇ ਨੇ, ਸਮਝ ਗਏ ਜੀ? ਨਦੀ ਜਾ ਰਹੀ ਹੈ, ਅਗਰ ਜੇ ਦੋ ਕਿਨਾਰਿਆਂ ਦੇ ਵਿੱਚ ਵਿੱਚ ਪਾਣੀ ਜਾਵੇਗਾ ਤਾਂ ਪਾਣੀ ਆਪਣੀ ਮੰਜ਼ਿਲ ਤੇ ਪਹੁੰਚੇਗਾ। ਬਾਤ ਸਮਝ ਆਈ? ਜੇ ਕਿਨਾਰਿਆਂ ਤੋਂ ਬਾਹਰ ਹੋ ਜਾਵੇਗਾ ਤਾਂ ਤੁਸੀਂ ਸਮਝਦੇ ਹੋ। ਜੇ ਇਹ ਗ੍ਰਿਸ਼ਟ ਮਾਰਗ ਕੀ ਹੈ? ਮਰਜ਼ਾਦਾ ਆਨੰਦ ਕਾਰਜ ਦੀ। ਜੇ ਆਪਣੇ ਧਰਮ ਦੀ ਮਰਜ਼ਾਦਾ ਦੇ ਵਿੱਚ ਚੱਲੇਗਾ ਤਾਂ ਨਿਰੰਕਾਰ ਦੇ ਘਰ ਵਿੱਚ ਪਹੁੰਚੇਗਾ, ਜਿਵੇਂ ਪਾਣੀ ਮੰਜ਼ਿਲ ਤੇ ਪਹੁੰਚਦਾ। ਅਗਰ ਜੇ ਆਪਾਂ ਗੁਰਬਾਣੀ ਦੇ ਬਚਨ ਪੜ੍ਹੀਏ ਤਾਂ ਇਸ ਕਾਰਜ ਨੂੰ ਵਿਵਾਹ ਕਿਹਾ ਜਾਂਦਾ ਹੈ। ਵਿਵਾਹ ਹੋਵਾ ਮੇਰੇ ਬਾਬੁਲਾ, ਕਿਉਂਕਿ ਬੱਚੇ ਲੈਣੇ ਜ਼ਰੂਰੀ ਨੇ। ਵਿਵਾਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਵਿਵਾਹ ਕਿਹਾ ਜਾਂਦਾ ਹੈ। ਚਲਦਿਆਂ ਚਲਦਿਆਂ ਗੁਰਮੁਖੋ ਉਹ ਕਾਰਜ ਆ ਗਿਆ ਜਿਸ ਵੇਲੇ ਬਟਾਲੇ ਨਗਰ ਵਿਖੇ ਬਰਾਤ ਪਹੁੰਚ ਗਈ ਹੈ। ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ। ਉਹ ਸਾਰੇ ਜਿਹੜੇ ਨੇ ਕੌਤਕ ਉਹ ਖੇਡੇ ਗਏ ਨੇ, ਆਨੰਦ ਬਣਿਆ ਹੋਇਆ ਏ। ਉਹ ਸਮਾਂ ਆ ਗਿਆ ਏ ਜਿਸ ਵੇਲੇ ਸਤਿਗੁਰੂ ਮਹਾਰਾਜ ਦੀਆਂ ਪਰਕਰਮਾਂ ਹੋਣੀਆਂ ਨੇ। ਤੇ ਜਿਸ ਵੇਲੇ ਤਲਵੰਡੀ ਨਗਰ ਤੋਂ ਚੱਲੇ ਨੇ, ਉਸ ਵੇਲੇ ਪੰਡਤ ਹਰ ਦਿਆਲ ਵੀ ਤਲਵੰਡੀ ਨਗਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ ਤੇ ਉਹ ਵੀ ਬਰਾਤ ਵਿੱਚ ਗਿਆ। ਤੇ ਉਸ ਪੰਡਤ ਨੂੰ, ਹਰਦਿਆਲ ਨੂੰ, ਮਹਾਰਾਜ ਨੇ ਬੋਲ ਪਹਿਲਾਂ ਸਮਝਾ ਦਿੱਤੇ ਸੀ, ਦਇਆ ਕਪਾ, ਤੁਸੀਂ ਸਮਝ ਗਏ ਹੋ, ਬਾਕੀ ਕਹਿਣ ਦੀ ਲੋੜ ਨਹੀਂ। ਉਹਨੂੰ ਸਮਝਾ ਦਿੱਤੇ ਸੀ, ਗਿਆਨ ਬਖਸ਼ ਦਿੱਤਾ ਸੀ, ਉਹ ਵੀ ਨਾਲ ਹੀ ਚੱਲਿਆ। ਤੇ ਜਿਸ ਵੇਲੇ ਮਹਾਰਾਜ ਬਟਾਲੇ ਪਹੁੰਚ ਗਏ, ਉਹ ਸਾਰਾ ਕਾਰਜ ਜਿਹਾ ਬ੍ਰਾਹਮਣ ਨੇ ਆਪਣਾ ਸ਼ੁਰੂ ਕਰਨਾ ਹੈ। ਤੇ ਪੰਡਤ ਹਰਦਿਆਲ ਜਿਹੜਾ ਹੈ ਉਹਦੇ ਅੰਦਰ ਗਿਆਨ ਹੈ, ਉਹ ਬੋਲਦਾ ਤੇ ਕੁਝ ਨਹੀਂ, ਪਰ ਕਦੇ ਗੁਰੂ ਨਾਨਕ ਮਹਾਰਾਜ ਦੇ ਚਿਹਰੇ ਵੱਲੇ ਵੇਖਦਾ ਏ ਤੇ ਕਦੇ ਉਹ ਅੱਗ ਵੱਲੇ ਵੇਖਦਾ ਏ। ਆਖੋ ਸਤਨਾਮ ਸ਼੍ਰੀ, ਗੱਜ ਕੇ ਆਖੋ ਸਤਨਾਮ ਸ਼੍ਰੀ। ਕਿਧਰੇ ਉਹ ਮਹਾਰਾਜ ਦੇ ਚਿਹਰੇ ਵੱਲੇ ਵੇਖਦਾ ਤੇ ਕਿਧਰੇ ਅੱਗ ਵੱਲੇ ਵੇਖਦਾ ਹੈ, ਕਿਉਂਕਿ ਉਹਨੂੰ ਗਿਆਨ ਹੋ ਚੁੱਕਾ ਏ ਭਈ ਸਤਿਗੁਰੂ ਮਹਾਰਾਜ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਨਗੇ, ਕੁਝ ਨਾ ਕੁਝ ਬੋਲ ਜ਼ਰੂਰ ਕਹਿਣਗੇ, ਕਿਉਂਕਿ ਮਹਾਰਾਜ ਨੇ ਉਹਨੂੰ ਗਿਆਨ ਦੇ ਦਿੱਤਾ ਏ। ਜਿਸ ਵੇਲੇ ਸਾਰਾ ਕੌਤਕ ਹੋਣ ਲੱਗਾ ਤਾਂ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਪਾਤਸ਼ਾਹ ਜੀ ਕਹਿਣ ਲੱਗੇ, ਇਹ ਸਾਡਾ ਕਾਰਜ ਨਹੀਂ। ਉਸ ਵੇਲੇ ਕੁਝ ਤਕਰਾਰ ਵਿੱਚ ਵੀ ਗੱਲਾਂ ਬਾਤਾਂ ਹੋਈਆਂ। ਸਿਆਣੇ ਲੋਕ ਜਿਹੜੇ ਉਹਨੂੰ ਸਮਝਦਾਰੀ ਤੋਂ ਕੰਮ ਲਿਆ ਵੀ ਇਸ ਵੇਲੇ ਬਰਾਤ ਨੂੰ ਵਾਪਸ ਮੋੜਨਾ ਵੀ ਠੀਕ ਨਹੀਂ ਬਣਦਾ, ਜਿਵੇਂ ਕਹਿੰਦਾ ਉਵੇਂ ਹੀ ਕਰ ਲਓ। ਉਸ ਵੇਲੇ ਮਹਾਰਾਜ ਨੇ ਕਿਹਾ, ਇੱਕ ਸੋਹਣੀ ਚੰਦਨ ਦੀ ਚੌਂਕੀ ਤਿਆਰ ਕੀਤੀ ਜਾਵੇ। ਸੋਹਣੀ ਚੰਦਨ ਦੀ ਚੌਂਕੀ ਤਿਆਰ ਹੋ ਗਈ। ਜਿਸ ਵੇਲੇ ਤਿਆਰ ਹੋ ਗਈ, ਪਾਤਸ਼ਾਹ ਜੀ ਕਹਿੰਦੇ ਤੇ ਸੋਹਣੀ ਵਿਛਾਈ ਜਾਵੇ, ਜਿਹਨੂੰ ਕਹਿੰਦੇ ਰਮਾਲਾ ਸਾਹਿਬ ਵਿਛਾਉਣਾ। ਰਮਾਲਾ ਸਾਹਿਬ ਵਿਛਾਇਆ ਗਿਆ ਏ, ਚੌਂਕੀ ਉੱਚੀ ਬਣਾਈ ਏ। ਉਸ ਚੌਂਕੀ ਤੇ ਮਹਾਰਾਜ ਨੇ ਮੂਲ ਮੰਤਰ ਦਾ ਜਾਪ ਕਰਕੇ ਉਹਦਾ ਪਾਠ ਰੱਖਿਆ ਏ। ਪਹਿਲੀ ਪੌੜੀ ਦਾ ਮੂਲ ਮੰਤਰ ਦਾ ਜਾਪ,
ਤੇ ਮੂਲ ਮੰਤਰ ਦੁਆਰੇ ਸਤਿਗੁਰੂ ਮਹਾਰਾਜ ਨੇ 4 ਪ੍ਰਕਰਮਾਂ ਕੀਤੀਆਂ ਨੇ, ਕਿਉਂਕਿ ਸਤਿਗੁਰਾਂ ਦੀ ਜੋਤ ਉਹੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਸੂਈ ਰਾਗ ਵਿੱਚ 4 ਲਾਵਾਂ ਬਖਸ਼ਣੀਆਂ ਨੇ, ਆਰੰਭਤਾ ਗੁਰੂ ਨਾਨਕ ਮਹਾਰਾਜ ਕਰ ਗਏ ਨੇ। ਹੁਣ ਜਿਸ ਵੇਲੇ ਪ੍ਰਕਰਮਾ ਹੋ ਰਹੀ ਹੈ, ਪ੍ਰਕਰਮਾਂ ਦਾ ਕੀ ਅਰਥ ਹੈ ਜੀ, ਲਾਵਾਂ ਦਾ ਕੀ ਅਰਥ ਹੈ? ਸਿੱਖਿਆ ਪ੍ਰਕਰਮਾ, ਪ੍ਰਕਰਮਾ ਉਹ ਨੇ ਜਿੱਥੇ ਸਾਨੂੰ ਖਿੱਚ ਹੋਵੇ ਉੱਥੇ ਹੀ ਪ੍ਰਕਰਮਾ ਹੁੰਦੀ ਏ। ਹੁਣ ਦੇਖੋ, ਸੂਰਜ ਜਿਹੜਾ ਏ ਉਹ ਧਰਤੀ ਨੂੰ ਖਿੱਚ ਰਿਹਾ ਏ, ਧਰਤੀ ਪ੍ਰਕਰਮਾ ਕਰ ਰਹੀ ਏ। ਚੰਦਰਮਾ ਜਿਹੜਾ ਏ ਉਹ ਖਿੱਚ ਪਾਉਂਦਾ ਏ ਤੇ ਸਮੁੰਦਰ ਉਛਲਦਾ ਏ। ਪ੍ਰਕਰਮਾ ਉੱਥੇ ਹੁੰਦੀ ਏ ਜਿੱਥੇ ਖਿੱਚ ਹੋਵੇ। ਮੈਂ ਟਾਈਮ ਮੇਰਾ 1 ਮਿੰਟ ਰਹਿ ਗਿਆ, ਸਮਾਪਤੀ ਵੱਲੇ ਆਉਣਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਬੱਚਾ ਲਿਖਿਆ, ਤੁਹਾਨੂੰ ਸਮਝ ਸਾਰੀ ਆ ਜਾਣੀ ਆ। ਤੁਸੀਂ ਬੰਨਿਆ ਨੇਮ, ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰੇ ਉਛਾਲੇ, ਚੰਦ ਮਾਰੇ ਖਿੱਚ, ਉਛਾਲੇ ਸਾਗਰਾਂ, ਰੱਖ ਆਪਣੇ ਵਿੱਚ ਖਿੱਚ, ਖਿੱਚ ਆਪਣੇ ਵਿੱਚ ਖਿੱਚ। ਸਭ ਤੋਂ ਵੱਡਿਆ ਹਾਏ ਜੇ ਨਾ ਖਿੱਚੇ ਸਾਈਆਂ ਮੇਰਿਆ, ਗਵਾਚ ਜਾਂ ਸਾਂ ਮੈਂ ਬੰਨ ਤੇ ਬੇਲਿਆਂ। ਖਿੱਚ ਮੈਨੂੰ ਦਾਤਾ ਆਪਣੀ ਪ੍ਰਕਰਮਾ ਵਿੱਚ ਖਿੱਚ ਕੇ ਰੱਖੀ। ਪ੍ਰਕਰਮਾ ਕੀ ਏ? ਜਿੱਥੇ ਪ੍ਰਕਰਮਾ ਨਹੀਂ ਹੋਵੇਗੀ ਉੱਥੇ ਖਾਤਮਾ ਹੋ ਜਾਵੇਗਾ। ਤੁਹਾਡੇ ਮੇਰੇ ਸਰੀਰ ਵਿੱਚ ਖੂਨ ਪ੍ਰਕਰਮਾ ਕਰ ਰਿਹਾ ਏ, ਖੂਨ ਚੱਲ ਰਿਹਾ, ਪ੍ਰਕਰਮਾ ਬਾਰੰਬਾਰ ਹੋ ਰਹੀ ਏ ਤੇ ਸਵਾਸ ਚੱਲ ਰਹੇ ਨੇ। ਜਿਸ ਦਿਨ ਖੂਨ ਦੀ ਪ੍ਰਕਰਮਾ ਬੰਦ ਹੋ ਗਈ ਉਸ ਦਿਨ ਮੌਤ ਹੋ ਜਾਵੇਗੀ। ਆਖੋ ਸਤਨਾਮ ਸ਼੍ਰੀ। ਸਤਿਗੁਰਾਂ ਨੇ 4 ਪ੍ਰਕਰਮਾਂ ਕੀਤੀਆਂ ਨੇ, ਪਾਵਨ ਉਪਦੇਸ਼ ਬਖਸ਼ਿਆ ਏ। ਉਹ ਕੰਧ ਦਾ ਪ੍ਰਸੰਗ ਸਤਿਗੁਰਾਂ ਨੇ ਬਖਸ਼ਿਆ, ਇਹ ਤਾਂ ਜੁਗਾਂ ਜੁਗਾਂ ਦੇ ਵਿੱਚ ਰਹਿਣ ਵਾਲੀ ਏ। ਬਥੇਰੇ ਲੰਮੇ ਪ੍ਰਸੰਗ ਨੇ, ਸਤਿਗੁਰੂ ਜੀ ਰਹਿਮਤਾਂ ਕਰਨ। ਗੁਰੂ ਨਾਨਕ ਮਹਾਰਾਜ ਦੀ ਵੱਡੀ ਵਡਿਆਈ ਏ। ਪਿਆਰ ਵਿੱਚ ਆਖੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰਾਂ ਜੀ ਦੇ ਵਿਵਾਹ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਯਤਨ ਕੀਤਾ ਜਿੰਨਾ ਕੁ ਮੇਰੇ ਕੋਲ ਸਮਾਂ ਸੀ। ਸਤਿਗੁਰਾਂ ਦੇ ਗੁਣ ਤੇ ਬਹੁਤੇ ਨੇ, ਪਰ ਗਾਏ ਕਿੰਨੇ ਕੁ ਜਾਣੇ ਨੇ? ਇੰਨੇ ਹੀ ਗਾਏ ਗਏ ਨੇ ਜਿੰਨੇ ਉਹਨੇ ਕਹਾਏ ਨੇ। ਭੁੱਲਾਂ ਦੀਆਂ ਮਾਫੀਆਂ। ਸਾਰੇ ਮੇਰੇ ਵੀਰ, ਸਾਰੀਆਂ ਮੇਰੀਆਂ ਭੈਣਾਂ, ਪਿਆਰ ਵਿੱਚ ਗੁਰੂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।